ਸਤਿ ਸ਼੍ਰੀ ਅਕਾਲ ਜੀ। ਕਿਤਾਬ ਰੌਸ਼ਨੀਆਂ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਤੀਜਾ ਲੇਖ ਸਫਲਤਾ ਦਾ ਲਿਬਾਸ। ਸਾਡਾ ਲਿਬਾਸ ਸਾਡੇ ਬੋਲੇ ਬਿਨਾਂ ਸਾਡੇ ਬਾਰੇ ਸਾਰੇ ਵੇਰਵੇ ਦੱਸ ਦਿੰਦਾ ਹੈ। ਲਾਹੇ ਅਤੇ ਟੰਗੇ ਹੋਏ ਕੱਪੜਿਆਂ ਵਿੱਚ ਜਾਨ ਨਹੀਂ ਹੁੰਦੀ, ਕੱਪੜਿਆਂ ਵਿੱਚ ਜਾਨ ਪਹਿਨਣ ਵਾਲਾ ਹੀ ਪਾਉਂਦਾ ਹੈ। ਕੋਈ ਵੀ ਸਮਾਜ ਨੰਗੇ ਵਿਅਕਤੀ ਨੂੰ ਪ੍ਰਵਾਨ ਨਹੀਂ ਕਰਦਾ, ਜਿਸ ਕਾਰਨ ਹਰ ਕਿਸੇ ਨੇ ਕੱਪੜੇ ਪਹਿਨੇ ਹੁੰਦੇ ਹਨ। ਅਸੀਂ ਹਰ ਵੇਲੇ ਹੋਰਾਂ ਦੀਆਂ ਨਜ਼ਰਾਂ ਦੇ ਹਮਲਿਆਂ ਤੋਂ ਬਚਾਓ ਲਈ ਆਪਣੇ ਲਿਬਾਸ ਨੂੰ ਢਾਲ ਬਣਾਉਂਦੇ ਹਾਂ। ਘਰ ਪਹੁੰਚ ਕੇ ਅਸੀਂ ਰਸਮੀ ਲਿਬਾਸ ਉਤਾਰ ਕੇ ਸੱਭਿਆਚਾਰਕ ਲਿਬਾਸ ਪਹਿਨਣ ਕਰਕੇ ਸੌਖੇ ਮਹਿਸੂਸ ਕਰਦੇ ਹਾਂ। ਸਾਡੀ ਸਾਰਿਆਂ ਦੀ ਸਰੀਰਕ ਬਣਤਰ ਇੱਕੋ ਜਿਹੀ ਹੁੰਦੀ ਹੈ, ਪਰ ਵਖਰੇਵਾਂ ਲਿਬਾਸ ਨਾਲ ਸਿਰਜਿਆ ਜਾਂਦਾ ਹੈ। ਕੱਪੜਿਆਂ ਵੱਲ ਧਿਆਨ ਦਿਓਗੇ ਤਾਂ ਇਹ ਤੁਹਾਡੀ ਪਛਾਣ ਉਸਾਰਨਗੇ। ਹਰੇਕ ਮਹੱਤਵਪੂਰਨ ਵਿਅਕਤੀ ਦਾ ਲਿਬਾਸ ਵੀ ਮਹੱਤਵਪੂਰਨ ਹੁੰਦਾ ਹੈ। ਸਵੇਰੇ ਤਿਆਰ ਹੋਣ ਦਾ ਸਭ ਤੋਂ ਵੱਡਾ ਫੈਸਲਾ ਲਿਬਾਸ ਬਾਰੇ ਹੁੰਦਾ ਹੈ। ਸਾਡੇ ਦੇਸ਼ ਵਿੱਚ ਸੀਤੇ ਕੱਪੜਿਆਂ ਵੱਲ ਧਿਆਨ ਦੇਣ ਦੀ ਪਹਿਲ ਮੁਗਲਾਂ ਨੇ ਕੀਤੀ। ਉਹਨਾਂ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸਰੀਰ ਦੁਆਲੇ ਲਪੇਟੇ ਕੱਪੜੇ ਅਣਸੀਤੇ ਹੀ ਹੁੰਦੇ ਸਨ। ਆਧੁਨਿਕ ਲਿਬਾਸ ਦੀ ਕਾਢ ਯੂਰਪ ਵਿੱਚ ਨਿਕਲੀ ਸੀ। ਵਿਸ਼ੇਸ਼ ਲਿਬਾਸ ਪਾ ਕੇ ਚਰਚ ਜਾਣਾ ਯੂਰਪੀਅਨ ਲੋਕਾਂ ਦਾ ਐਤਵਾਰ ਦਾ ਸਭ ਤੋਂ ਵਿਸ਼ੇਸ਼ ਰੁਝੇਵਾਂ ਹੋਇਆ ਕਰਦਾ ਸੀ। ਸੰਸਾਰ ਵਿੱਚ ਫੈਸ਼ਨ ਕੱਪੜਾ ਉਦਯੋਗ ਨੇ ਉਪਜਾਇਆ ਹੈ। ਕਈ ਕੱਪੜਿਆਂ ਵਿੱਚ ਸਜੇ ਹੋਏ ਹੁੰਦੇ ਹਨ, ਬਹੁਤੇ ਕੱਪੜਿਆਂ ਵਿੱਚ ਕੈਦ ਹੁੰਦੇ ਹਨ। ਪਿੰਡਾਂ ਵਿੱਚ ਢਿੱਲੇ ਕੱਪੜਿਆਂ ਕਾਰਨ 30 ਦੀ ਇਸਤਰੀ 50 ਦੀ ਲੱਗਦੀ ਹੈ। ਸ਼ਹਿਰਾਂ ਵਿੱਚ ਨਾਪ ਵਾਲੇ ਕੱਪੜਿਆਂ ਕਾਰਨ 50 ਦੀ ਔਰਤ 30 ਦੀ ਲੱਗਣ ਦਾ ਯਤਨ ਕਰਦੀ ਹੈ। ਜੋ ਬਹੁਤਿਆਂ ਦਾ ਲਿਬਾਸ ਹੁੰਦਾ ਹੈ, ਉਹ ਕੁਝ ਦਾ ਕਾਂਟ ਛਾਂਟ ਨਾਲ ਫੈਸ਼ਨ ਬਣ ਜਾਂਦਾ ਹੈ। ਫੈਸ਼ਨ ਪੁਰਸ਼ ਵੀ ਕਰਦੇ ਹਨ, ਪਰ ਔਰਤਾਂ ਵਿੱਚ ਸਰੀਰਕ ਰੌਣਕ ਵਧੇਰੇ ਹੋਣ ਕਾਰਨ ਅਤੇ ਸੋਹਣੇ ਨਿਆਣ ਨਕਸ਼ਾਂ ਕਰਕੇ ਫੈਸ਼ਨ ਦਾ ਨੇੜਲਾ ਸੰਬੰਧ ਇਸਤਰੀਆਂ ਨਾਲ ਹੁੰਦਾ ਹੈ। ਕੱਪੜੇ, ਪਹਿਰਾਵਾ ਆਦਿ ਸ਼ਬਦ ਸਧਾਰਨ ਲਿਬਾਸ ਲਈ ਵਰਤ ਲਏ ਜਾਂਦੇ ਹਨ, ਜਦੋਂ ਕਿ ਫੈਸ਼ਨ ਦਾ ਸੰਬੰਧ ਵਿਅਕਤੀ ਵਿਸ਼ੇਸ਼ ਨਾਲ ਹੁੰਦਾ ਹੈ। ਲਿਬਾਸ ਸਹੀ ਜਾਂ ਗਲਤ ਨਹੀਂ ਹੁੰਦਾ, ਢੁਕਵਾਂ ਜਾਂ ਬੇਢੰਗਾ ਹੁੰਦਾ ਹੈ। ਅਸੀਂ ਤਿਆਰ ਹੋਣਾ ਲਗਭਗ 5 ਸਾਲ ਦੀ ਉਮਰ ਵਿੱਚ ਆਰੰਭ ਕਰ ਦਿੰਦੇ ਹਾਂ। ਮੌਸਮ ਦੇ ਬਦਲਣ ਨਾਲ ਲਿਬਾਸ ਬਦਲ ਜਾਂਦਾ ਹੈ, ਕਿਉਂਕਿ ਹਰੇਕ ਮੌਸਮ ਦਾ ਆਪਣਾ ਤਾਪਮਾਨ, ਚਰਿੱਤਰ ਅਤੇ ਸੁਹਜ ਹੁੰਦਾ ਹੈ। ਬਹੁਤੇ ਲੋਕ ਹੋਰਾਂ ਦੀ ਨਕਲ ਕਰਕੇ ਕੱਪੜੇ ਪਾਉਂਦੇ ਹਨ। ਕੁਝ ਹੀ ਹੁੰਦੇ ਹਨ ਜਿਨ੍ਹਾਂ ਦਾ ਆਪਣਾ ਸਟਾਈਲ ਹੁੰਦਾ ਹੈ। ਇੱਕ ਪ੍ਰਸਿੱਧ ਫਿਲਮੀ ਅਦਾਕਾਰਾ ਨੂੰ ਕਿਸੇ ਨੇ ਪੁੱਛਿਆ, ਤੁਹਾਨੂੰ ਕਿਹੜਾ ਫੈਸ਼ਨ ਪਸੰਦ ਹੈ? ਉਸਨੇ ਕਿਹਾ, ਮੈਂ ਫੈਸ਼ਨ ਨਹੀਂ ਕਰਦੀ, ਮੈਂ ਹੀ ਫੈਸ਼ਨ ਹਾਂ। ਮੈਂ ਜੋ ਪਹਿਨਦੀ ਹਾਂ ਉਹ ਫੈਸ਼ਨ ਬਣ ਜਾਂਦਾ ਹੈ। ਹੁਣ ਫੈਸ਼ਨ ਕੱਪੜਿਆਂ ਤੱਕ ਹੀ ਸੀਮਿਤ ਨਹੀਂ ਰਿਹਾ, ਹੁਣ ਹਰੇਕ ਚੀਜ਼ ਵਿੱਚ ਫੈਸ਼ਨ ਹੁੰਦਾ ਹੈ। ਇੱਕ ਮਹਿੰਗੇ ਹੋਟਲ ਵਿੱਚ ਗਏ ਜੇੜੇ ਦੇ ਪੁਰਸ਼ ਨੂੰ ਇਸਤਰੀ ਨੇ ਕਿਹਾ, 3 ਕੁਰਸੀਆਂ ਵਾਲਾ ਮੇਜ਼ ਚੁਣੋ। ਇੱਕ ਕੁਰਸੀ ਤੁਹਾਡੇ ਲਈ, ਦੂਜੀ ਮੇਰੇ ਲਈ ਅਤੇ ਤੀਜੀ ਮੇਰੇ ਬੈਗ ਲਈ। ਪੁਰਸ਼ਾਂ ਕੋਲ ਤਸੱਲੀ ਦੇ ਕਈ ਆਧਾਰ ਜਿਵੇਂ ਜਾਇਦਾਦ, ਪੈਸਾ, ਰੁਤਬਾ, ਦਫ਼ਤਰ ਆਦਿ ਹੁੰਦੇ ਹਨ। ਇਸਤਰੀਆਂ ਲਈ ਫੈਸ਼ਨਦਾਰ ਕੱਪੜੇ ਸਭ ਤੋਂ ਵੱਡੀ ਤਸੱਲੀ ਹੁੰਦੇ ਹਨ। ਸੋਹਣੀਆਂ ਨਾਰਾਂ ਦੀ ਚੋਣ ਸੋਹਣੀ, ਨਵੇਕਲੀ ਅਤੇ ਢੁਕਵੀਂ ਹੁੰਦੀ ਹੈ। ਜਿਹੜੇ ਕੱਪੜਿਆਂ ਵਿੱਚ ਤੁਸੀਂ ਪ੍ਰਸੰਨ ਮਹਿਸੂਸ ਕਰਦੇ ਹੋ, ਉਹ ਢੁਕਵੇਂ ਹੁੰਦੇ ਹਨ। ਪ੍ਰਸੰਨ ਵਿਅਕਤੀ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ। ਬਾਜ਼ਾਰ ਵਿੱਚ ਪੁਰਸ਼ ਚੀਜ਼ਾਂ ਖਰੀਦਣ ਜਾਂਦੇ ਹਨ, ਇਸਤਰੀਆਂ ਆਪ ਦਿਸਣ ਅਤੇ ਇਹ ਵੇਖਣ ਜਾਂਦੀਆਂ ਹਨ ਕਿ ਕੀ ਨਵਾਂ ਪਹਿਨਿਆ ਖਰੀਦਿਆ ਜਾ ਰਿਹਾ ਹੈ। ਖਰੀਦਣਾ ਸਧਾਰਨ ਇਸਤਰੀਆਂ ਲਈ ਹੁੰਦਾ ਹੈ, ਸੋਹਣੀਆਂ ਇਸਤਰੀਆਂ ਲਈ ਸ਼ਾਪਿੰਗ ਹੁੰਦੀ ਹੈ। ਪੁਰਸ਼ਾਂ ਦੇ ਉੱਤਮ ਲਿਬਾਸ ਲੰਡਨ ਵਿੱਚ ਮਿਲਦੇ ਹਨ, ਇਸਤਰੀਆਂ ਦੇ ਮਨਮੋਹਕ ਪਹਿਰਾਵੇ ਪੈਰਿਸ ਵਿੱਚ ਮਿਲਦੇ ਹਨ। ਖਾਦੀ ਦੇ ਭਾਰਤੀਆਂ ਵੱਲੋਂ ਹੀ ਰੱਦ ਕੀਤੇ ਪਹਿਰਾਵਿਆਂ ਲਈ ਭਾਰਤ ਬਦਨਾਮ ਹੈ। ਸੱਭਿਆਚਾਰ ਦੀ ਸਭ ਤੋਂ ਨੇੜਲੀ ਚੀਜ਼ ਲਿਬਾਸ ਹੁੰਦਾ ਹੈ, ਪਰ ਫੈਸ਼ਨ ਦਾ ਸੰਬੰਧ ਅਮੀਰੀ ਨਾਲ ਹੁੰਦਾ ਹੈ। ਲਿਬਾਸ ਦੇ ਖੇਤਰ ਵਿੱਚ ਹੁਣ ਹਰ ਕੋਈ ਪ੍ਰਯੋਗ ਕਰ ਰਿਹਾ ਹੈ, ਜਿਸ ਕਾਰਨ ਸਮੁੱਚੇ ਰੂਪ ਵਿੱਚ ਲਿਬਾਸ ਹਾਸੋਹੀਣਾ ਹੋ ਗਿਆ ਹੈ। ਕੋਈ ਹੀ ਹੁੰਦਾ ਹੈ ਜਿਸ ਨੇ ਆਪਣੇ ਮੇਜ਼ ਦੇ ਕੱਪੜੇ ਪਹਿਨੇ ਹੁੰਦੇ ਹਨ। ਆਪਣੇ ਮੇਜ਼ ਦੇ ਕੱਪੜੇ ਮਹਿੰਗੇ ਹੁੰਦੇ ਹਨ। ਸਾਡੇ ਦੇਸ਼ ਵਿੱਚ ਖਾਣ ਪੀਣ ਦੀਆਂ ਆਦਤਾਂ ਨੇਮਬੱਧ ਨਾ ਹੋਣ ਕਾਰਨ ਹਰ ਕਿਸੇ ਦੀ ਕਮਰ ਦਾ ਘੇਰਾ ਬਦਲਦੇ ਰਹਿਣ ਕਰਕੇ ਬਹੁਤਿਆਂ ਦੇ ਕੱਪੜੇ ਤੰਗ ਹੀ ਹੁੰਦੇ ਹਨ। ਭਾਰਤ ਇੱਕ ਬਹੁਤ ਧਰਮੀ ਦੇਸ਼ ਹੈ। ਹਰ ਧਰਮ ਨੇ ਆਪਣੇ ਲੋਕਾਂ ਲਈ ਵਿਸ਼ੇਸ਼ ਲਿਬਾਸ ਹੀ ਨਿਰਧਾਰਤ ਨਹੀਂ ਕੀਤਾ ਹੋਇਆ। ਚਿਹਰੇ ਦੀ ਦਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਵਾਲਾਂ ਸੰਬੰਧੀ ਵੀ ਨਿਰਦੇਸ਼ ਦਿੱਤੇ ਹੋਏ ਹਨ।
ਇਹਨਾਂ ਕਾਰਨਾਂ ਕਰਕੇ ਭਾਰਤ ਵਿੱਚ ਭਾਂਤ-ਭਾਂਤ ਦੀਆਂ ਸ਼ਕਲਾਂ, ਸੂਰਤਾਂ, ਮੂੰਹ, ਮੂਰਤਾਂ, ਬੂਥੀਆਂ ਅਤੇ ਪਹਿਰਾਵੇ ਹਨ। ਉਂਝ ਤਾਂ ਲਿਬਾਸ ਦਾ ਧਰਮ, ਮੌਸਮ, ਕੰਮ ਧੰਦਾ, ਭੂਗੋਲਿਕ ਹਾਲਤਾਂ, ਪੌਣ ਪਾਣੀ, ਮੀਂਹ, ਧੁੱਪ ਆਦਿ ਆਧਾਰ ਬਣਦੇ ਹਨ। ਪਰ ਸਾਡੇ ਦੇਸ਼ ਵਿੱਚ ਮੌਸਮਾਂ ਅਤੇ ਤਿਉਹਾਰਾਂ ਦੀ ਭਰਮਾਰ ਕਾਰਨ ਨਿੱਤ ਦਿਨ ਦਾ ਲਿਬਾਸ, ਤਿਉਹਾਰੀ ਲਿਬਾਸ, ਸਮਾਗਮੀ ਅਤੇ ਸੋਗੀ ਲਿਬਾਸ ਵੱਖਰਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਕੰਮਕਾਜੀ ਲਿਬਾਸਾਂ ਨਾਲੋਂ ਸੱਭਿਆਚਾਰਕ ਲਿਬਾਸ ਵਧੇਰੇ ਪ੍ਰਚਲਿਤ ਹਨ। ਇਸਲਾਮੀ ਸੱਭਿਆਚਾਰ ਵਿੱਚ ਲਿਬਾਸ ਪਹਿਲਾਂ ਵਾਂਗ ਉਵੇਂ ਹੀ ਹੈ। ਬਾਕੀ ਸੱਭਿਆਚਾਰਾਂ ਵਿੱਚ ਲਿਬਾਸ ਬਦਲ ਗਏ ਹਨ। ਯੂਰਪ ਦੇ ਕਾਰਖਾਨਿਆਂ ਵਿੱਚ ਪੱਟਿਆਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਪਤਲੂਨ ਨੂੰ ਹਰਮਨ ਪਿਆਰਾ ਬਣਾਇਆ ਹੈ ਅਤੇ ਕਾਲੀ ਪਤਲੂਨ ਅਤੇ ਚਿੱਟੀ ਕਮੀਜ਼ ਨੂੰ ਪੁਰਸ਼ਾਂ ਦਾ ਮਿਆਰੀ ਲਿਬਾਸ ਬਣਾ ਦਿੱਤਾ ਹੈ। ਵਿਆਹ ਵੇਲੇ ਦਾ ਹਰੇਕ ਸਮਾਜ ਦਾ ਲਿਬਾਸ ਵੱਖਰਾ ਹੁੰਦਾ ਹੈ। ਪਹਿਲਾਂ ਯੂਰਪ ਵਿੱਚ ਵਿਆਹ ਵੇਲੇ ਦੁਲਹਨਾਂ ਰੰਗ ਬਰੰਗੇ ਕੱਪੜਿਆਂ ਵਿੱਚ ਹੁੰਦੀਆਂ ਸਨ। ਜਦੋਂ 19ਵੀਂ ਸਦੀ ਵਿੱਚ ਮਲਕਾ ਵਿਕਟੋਰੀਆ ਨੇ ਆਪਣੇ ਵਿਆਹ ਵੇਲੇ ਚਿੱਟਾ ਪਹਿਰਾਵਾ ਪਹਿਨਿਆ ਤਾਂ ਯੂਰਪ ਵਿੱਚ ਵਿਆਹ ਵੇਲੇ ਦੁਲਹਨ ਦਾ ਚਿੱਟਾ ਪਹਿਰਾਵਾ ਨੇਮ ਬਣ ਗਿਆ। ਭਾਰਤ ਵਿੱਚ ਲਿਬਾਸ ਰੰਗ, ਧਾਤਾਂ ਆਦਿ ਅਨੇਕਾਂ ਚੀਜ਼ਾਂ ਜਾਤ-ਪਾਤ ਅਨੁਸਾਰ ਵੰਡੀਆਂ ਗਈਆਂ ਹਨ। ਗਰੀਬ ਘੱਟ ਤੋਂ ਘੱਟ ਅਤੇ ਅਮੀਰ ਵੱਧ ਤੋਂ ਵੱਧ ਕੱਪੜੇ ਖਰੀਦਦੇ ਅਤੇ ਪਹਿਨਦੇ ਹਨ। ਸੱਭਿਅਤਾਵਾਂ ਨੇ ਵੀ ਲਿਬਾਸ ਉੱਤੇ ਨਿਯੰਤਰਣ ਰੱਖਿਆ ਹੈ। ਯੂਨਾਨੀ ਅਤੇ ਰੋਮਨ ਸੱਭਿਅਤਾ ਵਿੱਚ ਪੁਰਸ਼ਾਂ ਲਈ ਚੋਗਾ ਅਤੇ ਇਸਤਰੀਆਂ ਲਈ ਸਾਰਾ ਸਰੀਰ ਢੱਕਣ ਵਾਲਾ ਲੰਮਾ ਲਿਬਾਸ ਲਾਗੂ ਹੋਇਆ ਸੀ। ਇਸਲਾਮ ਵਿੱਚ ਔਰਤ ਦੀ ਗਰਦਨ ਅਤੇ ਛਾਤੀ ਹਮੇਸ਼ਾ ਢੱਕੀ ਹੁੰਦੀ ਹੈ। ਈਸਾਈ ਜਗਤ ਵਿੱਚ ਪੁਰਸ਼ ਕਮੀਜ਼ ਦੇ ਕਾਲਰ ਅਤੇ ਨੈਕਟਾਈ ਨਾਲ ਗਰਦਨ ਅਤੇ ਛਾਤੀ ਢੱਕਦੇ ਹਨ। ਬਦਮਾਸ਼ ਅਤੇ ਗੁੰਡੇ ਆਪਣੀ ਕਮੀਜ਼ ਦੇ 3-4 ਬਟਨ ਖੋਲ੍ਹ ਕੇ ਛਾਤੀ ਦੇ ਰਿਛਾਂ ਵਾਲੇ ਵਾਲ ਵਿਖਾ ਕੇ ਆਪਣੀ ਪਛਾਣ ਕਰਵਾਉਂਦੇ ਰਹੇ ਹਨ। ਭਾਰਤ ਵਿੱਚ ਭਾਈਆਂ, ਪੰਡਤਾਂ, ਮੌਲਵੀਆਂ, ਪਾਦਰੀਆਂ, ਸਾਧੂਆਂ ਆਦਿ ਦਾ ਹੁਣ ਵੀ ਉਹੀ ਸਦੀਆਂ ਪੁਰਾਣਾ ਲਿਬਾਸ ਹੈ। ਕੱਪੜਾ ਉਦਯੋਗ ਦੇ ਵਿਕਾਸ ਨਾਲ ਬਾਹਰਲੇ ਅਤੇ ਅੰਦਰਲੇ ਦੋਵੇਂ ਪ੍ਰਕਾਰ ਦੇ ਕੱਪੜਿਆਂ ਵੱਲ ਧਿਆਨ ਦਿੱਤਾ ਜਾਣ ਲੱਗਿਆ ਹੈ। ਪਹਿਲਾਂ ਸੂਤੀ ਅਤੇ ਊਨੀ ਕੱਪੜੇ ਹੀ ਹੁੰਦੇ ਸਨ, ਪਰ ਹੁਣ 20 ਤੋਂ ਵਧੇਰੇ ਢੰਗਾਂ ਨਾਲ ਅਤੇ ਧਾਗਿਆਂ ਰੇਸ਼ਿਆਂ ਨਾਲ ਕੱਪੜੇ ਬਣਦੇ ਹਨ। 2 ਵਿਸ਼ਵ ਯੁੱਧਾਂ ਵਿੱਚ ਪੁਰਸ਼ਾਂ ਦੇ ਵੱਡੀ ਗਿਣਤੀ ਵਿੱਚ ਮਾਰੇ ਜਾਣ ਕਾਰਨ ਇਸਤਰੀਆਂ ਘਰ ਦੀ ਚਾਰਦੀਵਾਰੀ ਵਿੱਚੋਂ ਬਾਹਰ ਨਿਕਲੀਆਂ ਸਨ ਅਤੇ ਉਹਨਾਂ ਨੇ ਜੀਵਨ ਦਾ ਸਮੁੱਚਾ ਸੰਕਲਪ ਬਦਲ ਦਿੱਤਾ ਸੀ। ਫੋਟੋਗ੍ਰਾਫੀ, ਰੇਡੀਓ, ਸਿਨੇਮਾ, ਟੈਲੀਵਿਜ਼ਨ ਆਦਿ ਨੇ ਇਸਤਰੀ ਨੂੰ ਉਭਾਰਿਆ ਹੈ ਅਤੇ ਆਧੁਨਿਕ ਪੁਰਸ਼ਾਂ ਅਤੇ ਔਰਤਾਂ ਦੀ ਸੋਚ ਅਤੇ ਸੰਬੰਧ ਦੋਵੇਂ ਬਦਲੇ ਹਨ। ਅਜੋਕੇ ਸਮਿਆਂ ਵਿੱਚ ਲਿਬਾਸ ਦੇ ਪੱਖੋਂ ਵਿਦਿਆਰਥੀ ਵਰਗ ਸੁਚੇਤ ਹੈ, ਜਿਸ ਸਦਕਾ ਲਿਬਾਸ ਨਾਲ ਫੈਸ਼ਨ ਜੁੜ ਗਿਆ ਹੈ। ਮਹਿਲਾਵਾਂ ਦੇ ਸੁੰਦਰਤਾ ਮੁਕਾਬਲਿਆਂ ਕਾਰਨ ਲਿਬਾਸ, ਫੈਸ਼ਨ ਅਤੇ ਸ਼ਿੰਗਾਰ ਦੀਆਂ ਚੀਜ਼ਾਂ ਦੀ ਭਰਮਾਰ ਹੋਈ ਹੈ। ਸ਼ਿੰਗਾਰ ਉਦਯੋਗ ਨੇ ਡਿਜ਼ਾਈਨ ਦੀ ਕਲਾ ਨੂੰ ਜਨਮ ਹੀ ਨਹੀਂ ਦਿੱਤਾ, ਹਰ ਖੇਤਰ ਵਿੱਚ ਡਿਜ਼ਾਈਨ ਨੂੰ ਮਹੱਤਵਪੂਰਨ ਬਣਾ ਦਿੱਤਾ ਹੈ। ਜਿਵੇਂ ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੁੰਦੀ ਹੈ, ਉਵੇਂ ਹੀ ਲਿਬਾਸ ਸਰੀਰ ਉੱਤੇ ਸਭ ਤੋਂ ਵੱਡਾ ਕੱਜਣ ਹੁੰਦਾ ਹੈ। ਇਸਤਰੀ ਦੇ ਲਿਬਾਸ ਦੀਆਂ ਤਹਿਆਂ ਉਸ ਦੀ ਸਮਾਜਿਕ ਆਰਥਿਕ ਸਥਿਤੀ ਨੂੰ ਪ੍ਰਗਟਾਉਂਦੀਆਂ ਹਨ। ਸਾਡੇ ਕੱਪੜੇ ਸਾਡੀ ਆਮਦਨ ਅਤੇ ਸਾਡੇ ਖਰਚਣ ਦੇ ਢੰਗਾਂ ਦੀ ਸੂਚਨਾ ਦਿੰਦੇ ਹਨ। ਪਹਿਲਾਂ ਰਾਜ ਘਰਾਣੇ, ਹਾਕਮ, ਰਾਣੀਆਂ, ਪਾਦਰੀ ਆਦਿ ਸਮਾਜ ਵਿੱਚ ਲਿਬਾਸ ਨਿਰਧਾਰਤ ਕਰਦੇ ਸਨ, ਪਰ ਪ੍ਰਜਾਤੰਤਰ ਦੇ ਸਥਾਪਿਤ ਹੋਣ, ਮੱਧ ਸ਼੍ਰੇਣੀ ਦੇ ਉਪਜਣ, ਧਰਮ ਦਾ ਪ੍ਰਭਾਵ ਘਟਣ ਅਤੇ ਗੁਲਾਮੀ ਦੇ ਮੁੱਕਣ ਕਾਰਨ ਹੁਣ ਹਰ ਕੋਈ ਆਪਣੀ ਮਰਜ਼ੀ ਕਰ ਰਿਹਾ ਹੈ। ਹੁਣ ਲਿਬਾਸ ਪਹਿਨਿਆ ਹੀ ਨਹੀਂ ਜਾਂਦਾ, ਦਿਖਾਇਆ ਵੀ ਜਾਂਦਾ ਹੈ। ਦਿਖਾਵੇ ਦੀ ਇਸ ਬਿਰਤੀ ਨੇ ਹੀ ਫੈਸ਼ਨ ਉਪਜਾਇਆ ਹੈ। ਕਿਸੇ ਵੇਲੇ ਰੇਸ਼ਮ ਸ਼ਾਹੀ ਘਰਾਣਿਆਂ ਲਈ ਹੀ ਹੁੰਦਾ ਸੀ, ਹੁਣ ਹਰ ਕੋਈ ਰੇਸ਼ਮੀ ਹੋ ਗਿਆ ਹੈ। ਫੈਸ਼ਨ ਦਾ ਉਦੇਸ਼ ਆਪਣੇ ਆਪ ਨੂੰ ਭੀੜ ਅਤੇ ਹੋਰਾਂ ਤੋਂ ਵੱਖਰਿਆਉਣਾ ਹੁੰਦਾ ਹੈ। ਫੈਸ਼ਨ ਸੰਬੰਧੀ ਹਰ ਕਿਸੇ ਦੀ ਨਿੱਜੀ ਤਕਨੀਕ ਹੁੰਦੀ ਹੈ। ਫੈਸ਼ਨ ਪੱਖੋਂ ਜਵਾਨ ਲਿਬਾਸ ਦੀ ਪਰੰਪਰਾ ਨੂੰ ਤੋੜਦੇ ਹਨ। ਫੈਸ਼ਨ ਫੱਬਵਾਂ ਹੋਵੇ ਤਾਂ ਸਵੈ ਵਿਸ਼ਵਾਸ ਵੱਧਦਾ ਹੈ। ਫੈਸ਼ਨ ਹੁਣ ਨਵਾਂ ਵਿਸ਼ਾ ਹੀ ਨਹੀਂ, ਨਵਾਂ ਕਿੱਤਾ ਵੀ ਹੈ। ਕੰਮਕਾਜੀ ਇਸਤਰੀਆਂ ਨੂੰ ਕੱਪੜਿਆਂ ਦੀ ਹੀ ਲੋੜ ਨਹੀਂ ਹੁੰਦੀ, ਫੈਸ਼ਨਦਾਰ ਕੱਪੜਿਆਂ ਦੀ ਲੋੜ ਹੁੰਦੀ ਹੈ। ਵੇਖਿਆ ਗਿਆ ਹੈ ਕਿ ਆਰਥਿਕ ਮੰਦੇ ਦੌਰਾਨ ਔਰਤਾਂ ਦੇ ਲਿਬਾਸ ਚੋਗੇ ਵਾਂਗ ਲੰਮੇ ਹੋ ਜਾਂਦੇ ਹਨ, ਜਿਨ੍ਹਾਂ ਕਾਰਨ ਬਹੁਤੇ ਕੱਪੜਿਆਂ ਦੀ ਲੋੜ ਨਹੀਂ ਪੈਂਦੀ ਅਤੇ ਕੰਮਾਂ ਨੂੰ ਅਤੇ ਕਮਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰ ਖੁਸ਼ਹਾਲੀ ਦੌਰਾਨ ਉਹਨਾਂ ਦੇ ਲਿਬਾਸ ਛੋਟੇ ਅਤੇ ਭਾਂਤ-ਭਾਂਤ ਦੇ ਹੋਣ ਕਾਰਨ ਸਰੀਰਕ ਅੰਗਾਂ ਨੂੰ ਉਭਾਰਨ ਅਤੇ ਵਿਖਾਉਣ ਵਾਲੇ ਹੋ ਜਾਂਦੇ ਹਨ। ਲਿਬਾਸ ਅਤੇ ਫੈਸ਼ਨ ਵੱਲ ਲਾਇਆ ਸਮਾਂ ਵਿਅਰਥ ਨਹੀਂ ਜਾਂਦਾ, ਕਿਉਂਕਿ ਜੇ ਕੋਈ ਆਪਣੇ ਲਿਬਾਸ ਨਾਲ ਪ੍ਰਸੰਨ ਹੋਵੇ ਤਾਂ ਉਸ ਦੀ ਕਾਰਜਕੁਸ਼ਲਤਾ ਵੱਧਦੀ ਹੈ ਅਤੇ ਉਸ ਦੀ ਕਾਰਗੁਜ਼ਾਰੀ ਸੁਧਰਦੀ ਹੈ।
ਹਰੇਕ ਵਿਅਕਤੀ ਨੇ ਆਪ ਨਿਰਣੇ ਕਰਨਾ ਹੁੰਦਾ ਹੈ ਕਿ ਉਹ ਕਿਹੋ ਜਿਹਾ ਦਿਸਣਾ ਲੱਗਣਾ ਚਾਹੁੰਦਾ ਹੈ, ਕਿਉਂਕਿ ਹਰ ਕਿਸੇ ਦੀ ਮਾਨਸਿਕ ਅਵਸਥਾ ਅਤੇ ਸੁਹਜ ਸਵਾਦ ਦੀ ਪੱਧਰ ਵੱਖਰੀ ਹੁੰਦੀ ਹੈ। ਹਰ ਕਿਸੇ ਦਾ ਆਪਣੇ ਆਪ ਨੂੰ ਵੇਖਣ ਅਤੇ ਹੋਰਾਂ ਨੂੰ ਵਿਖਾਈ ਦੇਣ ਦਾ ਢੰਗ ਵੀ ਵੱਖਰਾ ਹੁੰਦਾ ਹੈ। ਪਹਿਲਾਂ ਕੱਪੜੇ ਸਰੀਰ ਨੂੰ ਨਿੱਘਾ ਅਤੇ ਸੁੱਕਾ ਰੱਖਣ ਲਈ ਪਹਿਨੇ ਜਾਂਦੇ ਸਨ, ਪਰ ਹੁਣ ਸਰੀਰ ਨੂੰ ਠੰਡਾ, ਨਿੱਘਾ ਅਤੇ ਸੁੱਕਾ ਰੱਖਣ ਲਈ ਬਿਜਲੀ ਦੇ ਯੰਤਰ ਵਰਤੇ ਜਾਂਦੇ ਹਨ, ਜਿਸ ਕਾਰਨ ਲਿਬਾਸ ਦੇ ਅਰਥ, ਕਿਸਮ, ਰੂਪ ਅਤੇ ਆਕਾਰ ਵੀ ਬਦਲ ਗਏ ਹਨ। ਅਜੋਕੇ ਸੰਸਾਰ ਵਿੱਚ ਕੱਪੜਿਆਂ ਰਾਹੀਂ ਹਰ ਕੋਈ ਆਪਣੀ ਮਾਇਕ ਹੈਸੀਅਤ ਨੂੰ ਵਧਾ ਚੜ੍ਹਾ ਕੇ ਦੱਸਦਾ ਹੈ। ਰਿਸ਼ਤੇ ਅਤੇ ਵਿਆਹ ਵੇਲੇ ਦੋਵੇਂ ਧਿਰਾਂ ਕੱਪੜਿਆਂ ਰਾਹੀਂ ਵਿਸ਼ੇਸ਼ ਪ੍ਰਭਾਵ ਪਾਉਣ ਦਾ ਉਪਰਾਲਾ ਕਰਦੀਆਂ ਹਨ। ਕਿਸੇ ਵੇਲੇ ਖਤਰੇ ਜਾਂ ਯੁੱਧ ਦੌਰਾਨ ਆਪਣੇ ਆਪ ਨੂੰ ਲੁਕਾਉਣ ਅਤੇ ਭੀੜ ਦਾ ਭਾਗ ਬਣਨ ਲਈ ਵਿਸ਼ੇਸ਼ ਕੱਪੜੇ ਪਹਿਨੇ ਜਾਂਦੇ ਹਨ। ਹੁਣ ਇਹ ਉਦੇਸ਼ ਵਰਦੀ ਨਾਲ ਪੂਰਾ ਕੀਤਾ ਜਾਂਦਾ ਹੈ। ਪੁਲਿਸ ਜਾਂ ਫੌਜ ਜਦੋਂ ਕੋਈ ਕਾਰਵਾਈ ਕਰਦੀ ਹੈ ਤਾਂ ਇਹੋ ਜਿਹੀ ਵਰਦੀ ਕਾਰਨ ਵਿਅਕਤੀਗਤ ਪਛਾਣ ਸੰਭਵ ਨਹੀਂ ਹੁੰਦੀ। ਬਹੁਤੇ ਸਥਾਨਾਂ ਜਾਂ ਮੌਕਿਆਂ 'ਤੇ ਅਸੀਂ ਆਪਣੇ ਨਿਵੇਕਲੇਪਣ ਨੂੰ ਪ੍ਰਗਟਾਉਂਦੇ ਹਾਂ। ਕਿਸੇ ਵਿਸ਼ੇਸ਼ ਅਵਸਰ, ਮਿਲਣੀ ਜਾਂ ਮੁਲਾਕਾਤ ਵਿੱਚ ਲਿਬਾਸ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਪੜਿਆਂ ਵਿੱਚ ਰੰਗ ਬੜਾ ਮਹੱਤਵਪੂਰਨ ਪੱਖ ਹੁੰਦਾ ਹੈ। ਹਰ ਕਿਸੇ ਦੇ ਕੁਝ ਮਨਪਸੰਦ ਰੰਗ ਹੁੰਦੇ ਹਨ। ਇੱਕ ਵਾਰੀ ਇੱਕ ਲਿਬਾਸ ਦੇ ਵੱਖਰੇ ਵੱਖਰੇ ਰੰਗਾਂ ਵਿੱਚ ਇੱਕ ਹੀ ਇਸਤਰੀ ਦੀਆਂ ਫੋਟੋਆਂ ਖਿੱਚ ਕੇ ਮੁਲਾਂਕਣ ਕਰਨ ਲਈ ਦਿੱਤੀਆਂ ਗਈਆਂ। ਵੇਖਿਆ ਗਿਆ ਕਿ ਇਸਤਰੀ ਕੁਝ ਰੰਗਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਲੱਗ ਰਹੀ ਸੀ। ਪੁਰਸ਼ਾਂ ਦੇ ਕੱਪੜਿਆਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ, ਪਰ ਇਸਤਰੀਆਂ ਦੇ ਕੱਪੜਿਆਂ ਵੱਲ ਦਿੰਦੇ ਹਨ, ਜਦੋਂ ਕਿ ਇਸਤਰੀਆਂ ਪੁਰਸ਼ਾਂ ਅਤੇ ਇਸਤਰੀਆਂ ਦੋਵਾਂ ਦੇ ਕੱਪੜਿਆਂ ਵੱਲ ਧਿਆਨ ਦਿੰਦੀਆਂ ਹਨ। ਕਸਮੇ ਕੱਪੜਿਆਂ ਵਿੱਚ ਪੁਰਸ਼ਾਂ ਦਾ ਮਰਦਾਊਪੁਣਾ ਅਤੇ ਇਸਤਰੀਆਂ ਦਾ ਤਰੀਮਤਪੁਣਾ ਵਧੇਰੇ ਉੱਭਰਦਾ ਹੈ। ਸਮਾਜ ਦੇ ਲਗਭਗ 80% ਲੋਕ ਕੱਪੜਿਆਂ ਦੇ ਪੱਖੋਂ ਹੋਰਾਂ ਦੀ ਨਕਲ ਮਾਰਦੇ ਹਨ। ਨਿਰਸੰਦੇਹ ਕਈ ਕੱਪੜਿਆਂ ਵੱਲ ਇਤਨਾ ਧਿਆਨ ਦਿੰਦੇ ਹਨ ਕਿ ਆਪ ਮਨਫੀ ਹੋ ਜਾਂਦੇ ਹਨ। ਰੰਗਾਂ ਸੰਬੰਧੀ ਸਾਡੇ ਸਾਰੇ ਫੈਸਲੇ ਸਾਡੀ ਚਮੜੀ ਦੇ ਰੰਗ ਦੇ ਆਧਾਰ 'ਤੇ ਹੁੰਦੇ ਹਨ। ਲੋਕਾਂ ਦੀ ਆਮਦਨ ਵਧ ਰਹੀ ਹੈ, ਨਾਲ ਹੀ ਆਪਣੇ ਆਪ ਬਾਰੇ ਸੋਝੀ ਵੀ ਵਧ ਰਹੀ ਹੈ। ਸਭ ਪ੍ਰਕਾਰ ਦੀਆਂ ਚੀਜ਼ਾਂ ਵਸਤਾਂ ਦੀ ਭਰਮਾਰ ਹੈ, ਜਿਸ ਕਾਰਨ ਹਰ ਕੋਈ ਆਪਣੇ ਆਪ ਨੂੰ ਵਿਸ਼ੇਸ਼ ਸਮਝਦਾ ਹੀ ਨਹੀਂ, ਹਰੇਕ ਥਾਂ ਵਿਸ਼ੇਸ਼ ਵਰਤਾਓ ਦੀ ਮੰਗ ਵੀ ਕਰਦਾ ਹੈ। ਅਸੀਂ ਆਪਣੇ ਕੱਪੜਿਆਂ ਰਾਹੀਂ ਦੂਜਿਆਂ ਨੂੰ ਦੱਸਦੇ ਹਾਂ ਕਿ ਸਾਡੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਵੇ। ਕੀ ਤੁਸੀਂ ਢੁਕਵੇਂ ਅਤੇ ਆਰਾਮਦੇਹ ਕੱਪੜੇ ਪਹਿਨੇ ਹੋਏ ਹਨ? ਜੇ ਤੁਸੀਂ ਪਹਿਨੇ ਕੱਪੜਿਆਂ ਵਿੱਚ ਨੱਚ ਸਕਦੇ ਹੋ ਤਾਂ ਤੁਹਾਡੇ ਕੱਪੜੇ ਢੁਕਵੇਂ ਹਨ। ਵਿਸ਼ੇਸ਼ ਕੱਪੜੇ ਪਹਿਨਣ ਦਾ ਉਦੇਸ਼ ਸ਼ਕਤੀਸ਼ਾਲੀ, ਰੋਮਾਂਟਿਕ, ਆਧੁਨਿਕ, ਪ੍ਰਭਾਵਸ਼ਾਲੀ ਅਤੇ ਅਮੀਰ ਆਦਿ ਦਿਸਣਾ ਹੁੰਦਾ ਹੈ। ਇੱਕ ਬੱਸ ਵਿੱਚ ਇੱਕ ਸਵਾਰੀ ਨੇ ਕਿਸੇ ਨੂੰ ਕਿਸੇ ਥਾਂ ਬਾਰੇ ਪੁੱਛਿਆ। ਇੱਕ ਨੇ ਦੱਸਿਆ ਕਿ ਅਗਲੇ ਸਟਾਪ 'ਤੇ ਉਤਰ ਜਾਣਾ। ਦੂਜੇ ਸਾਫ਼ ਅਤੇ ਢੁਕਵੇਂ ਕੱਪੜਿਆਂ ਵਾਲੇ ਨੇ ਦੱਸਿਆ ਕਿ ਅਗਲੇ ਤੋਂ ਅਗਲੇ ਸਟਾਪ 'ਤੇ ਉਤਰਨ ਨਾਲ ਤੁਹਾਨੂੰ ਘੱਟ ਤੁਰਨਾ ਪਏਗਾ। ਪੁੱਛਣ ਵਾਲੇ ਨੇ ਦੂਜੇ ਵਿਅਕਤੀ ਦੀ ਗੱਲ ਮੰਨੀ, ਕਿਉਂਕਿ ਜੇ ਕਿਸੇ ਦੇ ਕੱਪੜੇ ਢੁਕਵੇਂ ਹੋਣ ਤਾਂ ਉਸ ਦੀ ਗੱਲ ਦੇ ਮੰਨੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਜੇ ਡਾਕਟਰ, ਅਧਿਆਪਕ, ਅਫਸਰ, ਵਕੀਲ ਆਦਿ ਨੇ ਸਵੱਛ ਲਿਬਾਸ ਪਹਿਨਿਆ ਹੋਵੇ ਤਾਂ ਉਹ ਵਧੇਰੇ ਪ੍ਰਭਾਵਸ਼ਾਲੀ ਵਿਖਾਈ ਦਿੰਦਾ ਹੈ। ਦਵਾਈਆਂ ਦੀਆਂ ਕੰਪਨੀਆਂ ਅਦਾਕਾਰਾਂ ਨੂੰ ਡਾਕਟਰਾਂ ਦੇ ਕੱਪੜੇ ਪਵਾ ਕੇ ਆਪਣੀਆਂ ਦਵਾਈਆਂ ਦੀ ਮਸ਼ਹੂਰੀ ਕਰਵਾਉਂਦੀਆਂ ਹਨ। ਅਸੀਂ ਉਹਨਾਂ ਦੇ ਡਾਕਟਰੀ ਲਿਬਾਸ ਕਾਰਨ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੇ ਹਾਂ। ਜੇ ਕਿਸੇ ਦੇ ਕੱਪੜੇ ਢੁਕਵੇਂ ਵੀ ਨਾ ਹੋਣ ਅਤੇ ਸਾਫ਼ ਵੀ ਨਾ ਹੋਣ ਤਾਂ ਉਹ ਤਾਂ ਪਹਿਲਾਂ ਹੀ ਹਾਰਿਆ ਹੋਇਆ ਹੁੰਦਾ ਹੈ। ਮਹਿੰਗਾ ਲਿਬਾਸ ਢੁਕਵਾਂ ਲਿਬਾਸ ਨਹੀਂ ਹੁੰਦਾ। ਤੁਹਾਡੀ ਸ਼ਖਸੀਅਤ ਅਤੇ ਡੀਲ ਡੌਲ ਅਨੁਸਾਰ ਅਤੇ ਮਾਨਸਿਕ ਪੱਧਰ ਨਾਲ ਇਕਸੁਰ ਲਿਬਾਸ ਢੁਕਵਾਂ ਹੁੰਦਾ ਹੈ। ਕਈ ਕੱਪੜੇ ਆਰਾਮ ਨਹੀਂ ਕਰਨ ਦਿੰਦੇ, ਕਈ ਕੱਪੜੇ ਨਿਰੰਤਰ ਪਰੇਸ਼ਾਨ ਕਰਦੇ ਰਹਿੰਦੇ ਹਨ। ਉਹਨਾਂ ਨੂੰ ਵੇਖਣ ਨਾਲ ਹੀ ਸਿਰ ਦੁਖਣ ਲੱਗ ਪੈਂਦਾ ਹੈ। ਪੰਜਾਬੀਆਂ ਲਈ ਲਿਬਾਸ ਦਾ ਮਹੱਤਵ ਸਮਝਣ ਦਾ ਸਮਾਂ ਆ ਗਿਆ ਹੈ, ਕਿਉਂਕਿ ਅਜੋਕੇ ਦੌਰ ਵਿੱਚ ਲਿਬਾਸ ਦਾ ਸਾਡੀ ਸਫਲਤਾ ਅਸਫਲਤਾ ਨਾਲ ਸਿੱਧਾ ਸੰਬੰਧ ਹੈ। ਇਹ ਨਹੀਂ ਹੋ ਸਕਦਾ ਕਿ ਤੁਹਾਡੇ ਕੱਪੜੇ ਤੁਹਾਡੇ ਬਾਰੇ ਚੁੱਪ ਰਹਿਣ। ਜੇ ਤੁਹਾਡੇ ਕੱਪੜੇ ਪ੍ਰਮਾਣਿਕ, ਉਮਰ, ਰੁਤਬੇ ਆਦਿ ਅਨੁਸਾਰ ਨਹੀਂ ਹੋਣਗੇ ਤਾਂ ਟਿੱਪਣੀ ਕੀਤੀ ਜਾਵੇਗੀ। ਕੱਪੜਿਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕੱਪੜਿਆਂ ਦਾ ਰੋਬ ਹੁੰਦਾ ਹੈ, ਜਿਸ ਕਾਰਨ ਹਰੇਕ ਥਾਂ ਕੱਪੜਿਆਂ ਦਾ ਰੋਲ ਮਹੱਤਵਪੂਰਨ ਹੁੰਦਾ ਹੈ। ਜਦੋਂ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਬਾਰੇ ਵੱਖਰਾ ਸੋਚਣ ਤਾਂ ਇਹ ਸੰਦੇਸ਼ ਅਸੀਂ ਆਪਣੇ ਸਾਫ਼ ਲਿਬਾਸ ਰਾਹੀਂ ਦਿੰਦੇ ਹਾਂ। ਲੋਕ ਤੁਹਾਨੂੰ ਸੁਣਨਗੇ ਕਿ ਨਹੀਂ, ਜੇ ਤੁਸੀਂ ਠੀਕ ਲਿਬਾਸ ਵਿੱਚ ਹੋ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ
ਤਾਂ ਲੋਕ ਤੁਹਾਨੂੰ ਸੁਣਨ ਦੇ ਨਾਲ ਤੁਹਾਨੂੰ ਵੇਖਣਗੇ ਵੀ। ਜ਼ਮਾਨਾ ਬਦਲ ਰਿਹਾ ਹੈ, ਜ਼ਮਾਨੇ ਦੇ ਬਦਲਣ ਨਾਲ ਲਿਬਾਸ ਬਦਲ ਰਿਹਾ ਹੈ। ਹੁਣ ਕੱਪੜੇ ਸਿਉਣ ਦੀ ਥਾਂ ਸੀਤੇ ਹੋਏ ਤਿਆਰ ਕੱਪੜਿਆਂ ਦਾ ਜ਼ਮਾਨਾ ਹੈ। ਦਰਜੀ ਤੋਂ ਸਿਲਾਏ ਕੱਪੜਿਆਂ ਵਿੱਚ ਪਹਿਨਣ ਵਾਲਾ ਆਪਣੀ ਉਮਰ ਤੋਂ ਵੱਡਾ ਲੱਗਦਾ ਹੈ। ਤਿਆਰ ਕੀਤੇ ਕੱਪੜੇ ਚੁਸਤ ਹੁੰਦੇ ਹਨ, ਜਿਨ੍ਹਾਂ ਵਿੱਚ ਪਹਿਨਣ ਵਾਲਾ ਜਵਾਨ ਦਿਖਾਈ ਦਿੰਦਾ ਹੈ। ਕੱਪੜਿਆਂ ਬਾਰੇ ਅਸੀਂ ਰੋਜ਼ ਸਵੇਰੇ ਸੋਚਦੇ ਹਾਂ ਕਿ ਅੱਜ ਮੈਂ ਕਿਸ ਨੂੰ ਮਿਲਣਾ ਹੈ, ਕਿੱਥੇ ਜਾਣਾ ਹੈ, ਕਿਸ ਨੇ ਮੇਰੇ ਕੋਲ ਆਉਣਾ ਹੈ। ਜਿਸ ਨੇ ਢੁਕਵੇਂ ਕੱਪੜੇ ਪਾਏ ਹੋਣ ਉਸ ਵਿੱਚ ਵਧੇਰੇ ਸਵੈ ਵਿਸ਼ਵਾਸ ਹੁੰਦਾ ਹੈ ਅਤੇ ਉਸ ਦੀ ਗੱਲ ਮੰਨੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਆਪਣੇ ਵਿਰੋਧੀ ਨੂੰ ਮਿਲਣਾ ਹੈ, ਦੱਸੋ ਤੁਸੀਂ ਕਿਹੜੇ ਕੱਪੜੇ ਪਾਓਗੇ? ਅੱਜ ਵਿਆਹ ਲਈ ਹਾਂ ਨਾ ਹੋਣੀ ਹੈ, ਕੀ ਪਹਿਨੋਗੇ? ਠੀਕ ਕੱਪੜਿਆਂ ਵਾਲਾ ਵਿਅਕਤੀ ਲਚਕਦਾਰ ਹੁੰਦਾ ਹੈ, ਉਹ ਸਫਲ ਹੋਣ ਦਾ ਪ੍ਰਭਾਵ ਦਿੰਦਾ ਹੈ, ਉਸ ਦੀ ਆਮਦਨ ਵੀ ਵਧੇਰੇ ਹੁੰਦੀ ਹੈ। ਵਿਆਹ ਵਰਗੇ ਵਿਸ਼ੇਸ਼ ਸਮਾਗਮਾਂ ਲਈ ਵਿਸ਼ੇਸ਼ ਤਿਆਰੀ ਕੀਤੀ ਜਾਂਦੀ ਹੈ, ਕਿਉਂਕਿ ਵਿਆਹ ਵਿੱਚ ਮੁੱਖ ਕੰਮ ਵੇਖਣਾ ਵਿਖਾਉਣਾ ਹੀ ਹੁੰਦਾ ਹੈ। ਲਿਬਾਸ ਦੇ ਆਧਾਰ ਤੇ ਕਿਸੇ ਵਿਅਕਤੀ ਦੇ ਗਿਆਨਵਾਨ, ਭਰੋਸੇਯੋਗ, ਜ਼ਿੰਮੇਵਾਰ ਅਤੇ ਅਧਿਕਾਰ ਵਾਲਾ ਹੋਣ ਦਾ ਪਤਾ ਲੱਗਦਾ ਹੈ। ਕਈ ਆਲਸੀ ਵਿਅਕਤੀ ਸਮਝਦੇ ਹਨ ਕਿ ਮੇਰਾ ਰੁਤਬਾ ਅਤੇ ਮੇਰੀ ਸ਼ਖਸੀਅਤ ਮੇਰੇ ਸਾਰੇ ਨੁਕਸ ਢੱਕ ਲਵੇਗੀ, ਪਰ ਇਹ ਸਾਰੇ ਨੁਕਸ ਪ੍ਰਗਟਾਉਂਦੀ ਵੀ ਹੈ। ਕਿਧਰੇ ਵੀ ਜਾਓਗੇ ਤੁਸੀਂ ਲਿਬਾਸਾਂ ਦੇ ਆਧਾਰ ਤੇ ਮਾਪੇ ਤੋਲੇ ਜਾਓਗੇ। ਇਸਤਰੀਆਂ ਆਪਣੇ ਕੱਪੜਿਆਂ ਪ੍ਰਤੀ ਅਣਗਹਿਲੀ ਨਹੀਂ ਕਰਦੀਆਂ, ਉਹ ਆਪਣੀਆਂ ਭਾਵਨਾਵਾਂ ਅਤੇ ਇਰਾਦਾ ਆਪਣੇ ਲਿਬਾਸ ਰਾਹੀਂ ਸਫਲਤਾ ਨਾਲ ਪ੍ਰਗਟਾਉਂਦੀਆਂ ਹਨ, ਜਿਸ ਕਾਰਨ ਉਹ ਭਾਵਕ ਅਤੇ ਮਾਨਸਿਕ ਪੱਖੋਂ ਪੁਰਸ਼ਾਂ ਨਾਲੋਂ ਵਧੇਰੇ ਰਿਸ਼ਟ-ਪੁਸ਼ਟ ਹੁੰਦੀਆਂ ਹਨ। ਉਹ ਆਪਣੇ ਆਪ ਨੂੰ ਨਿਰੰਤਰ ਸੋਧਦੀਆਂ ਰਹਿੰਦੀਆਂ ਹਨ, ਜਿਸ ਕਾਰਨ ਉਹ ਵਧੇਰੇ ਫੋਟੋਆਂ ਖਿਚਵਾਉਂਦੀਆਂ ਹਨ, ਸ਼ੀਸ਼ੇ ਵਿੱਚ ਵਧੇਰੇ ਵੇਖਦੀਆਂ ਹਨ। ਚੋਣ ਕਰਕੇ ਕਈ ਵਾਰੀ ਲਿਬਾਸ ਫਾਸਲਾ ਉਪਜਾਉਣ ਲਈ ਅਤੇ ਕਈ ਵਾਰੀ ਨੇੜੇ ਹੋਣ ਲਈ ਪਾਇਆ ਜਾਂਦਾ ਹੈ। ਰਾਜਸੀ ਆਗੂ ਪਿੰਡਾਂ ਵਿੱਚ ਸਧਾਰਨ ਲਿਬਾਸ ਪਹਿਨਦੇ ਹਨ, ਪਰੰਤੂ ਕਮੀਜ਼ ਪਜਾਮੇ ਵਿੱਚ ਡਾਕਟਰ ਨਹੀਂ ਲੱਗਦਾ। ਗਲਤ ਕੱਪੜਿਆਂ ਕਾਰਨ ਕਈ ਮਾਲਕ ਨੌਕਰ ਲੱਗਦੇ ਹਨ। ਜੇ ਠੀਕ ਕੱਪੜੇ ਪਾਏ ਹੋਣ ਤਾਂ ਘੱਟ ਗਲਤੀਆਂ ਹੁੰਦੀਆਂ ਹਨ। ਲਿਬਾਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ, ਪਰ ਸਫਲਤਾ ਅਤੇ ਉਸਾਰੂ ਪ੍ਰਭਾਵ ਲਈ ਚੰਗਾ, ਢੁਕਵਾਂ ਅਤੇ ਸਵੱਛ ਲਿਬਾਸ ਪਹਿਨਣਾ ਹਰ ਰੋਜ਼ ਦੀ ਸੁਭਾਵਿਕ ਆਦਤ ਬਣਾਉਣ ਦੀ ਲੋੜ ਹੈ। ਸੋ ਇਸ ਦੇ ਨਾਲ ਹੀ ਇਹ ਲੇਖ ਵੀ ਖਤਮ ਹੁੰਦਾ ਹੈ। ਫਿਰ ਮਿਲਾਂਗੇ ਅਗਲੇ ਲੇਖ ਨਾਲ। ਧੰਨਵਾਦ।